ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਰਾਗ ਮਾਝ ਮਹੱਲਾ ਪੰਜਵਾਂ। ਸਾ ਰੁੱਤ ਸੁਹਾਵੀ ਜਿਤ ਤੁਧ ਸੰਮਾਲੀ, ਸੋ ਕੰਮ ਸੁਹੇਲਾ ਜੋ ਤਰੀ ਕਾਲੀ। ਸੋ ਹਿਰਦਾ ਸੁਹੇਲਾ ਜਿਤ ਹਿਰਦੇ ਤੂੰ ਪੁੱਠਾ, ਸਭਨਾ ਕੇ ਦਾਤਾਰਾ ਜੀਓ। ਤੂੰ ਸਾਚਾ ਸਾਹਿਬ ਬਾਪ ਹਮਾਰਾ, ਤੂੰ ਸਾਜਾ ਸਾਹਿਬ ਬਾਪ ਹਮਾਰਾ। ਨੌ ਨਿਧ ਤੇਰੇ ਖੁੱਠ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਓ। ਸਭ ਕੋ ਆਸੇ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨ ਦੱਸੇ ਬਾਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨ ਮੁਖ ਜਨਮ ਪਵਾਏ। ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦਸਾਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨ ਮੁਖ ਜਨਮ ਪਵਾਏ। ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦਸਾਰਾ ਜੀਓ। ਗੁਰੂ ਜੀ ਕਹਿੰਦੇ ਹਨ ਕਿ ਸਭ ਜੀਵਾਂ ਦੇ ਦਾਤੇ, ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿੱਚ ਯਾਦ ਕਰਦਾ ਹਾਂ, ਉਹ ਰੁੱਤ ਮੈਨੂੰ ਸੁਹਾਵੀ ਹੈ। ਹੇ ਪਰਮਾਤਮਾ, ਜਿਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਦਾਈ ਲੱਗਦਾ ਹੈ। ਹੇ ਦਾਤਾਰ ਪਿਤਾ, ਜਿਸ ਹਿਰਦੇ ਵਿੱਚ ਤੂੰ ਵਸਦਾ ਹੈ, ਉਹ ਹਿਰਦਾ ਠੰਡਾ ਠਾਰ ਰਹਿੰਦਾ ਹੈ, ਭਾਵ ਉਹ ਵੀ ਸੁਖੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਦਾਤਾਰ ਪਿਤਾ, ਤੂੰ ਸਾਡਾ ਸਭਨਾ ਜੀਵਾਂ ਦਾ ਸਾਂਝਾ ਸਵਾਮੀ ਅਤੇ ਪਿਤਾ ਹੈ, ਤੇ ਸਭ ਨੂੰ ਹੀ ਦਾਤਾਂ ਬਖਸ਼ਦਾ ਹੈ। ਤੇਰੇ ਘਰ ਵਿੱਚ ਜਗਤ ਦੇ ਸਾਰੇ 9 ਨਿਧੀਆਂ ਦੇ ਅਖੁੱਟ ਭੰਡਾਰ ਖਜ਼ਾਨੇ ਮੌਜੂਦ ਹਨ, ਅਤੇ ਤੇਰੇ ਖੁੱਟ ਖਜ਼ਾਨਿਆਂ ਵਿੱਚ ਕਦੇ ਤੋਟ ਨਹੀਂ ਆਉਂਦੀ। ਪਰ ਜਿਸ ਨੂੰ ਤੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ, ਉਹ ਦੁਨੀਆ ਦੇ ਪਦਾਰਥਾਂ ਵੱਲੋਂ ਪੂਰੀ ਤਰ੍ਹਾਂ ਤ੍ਰਿਪਤ ਹੋ ਜਾਂਦਾ ਹੈ। ਅਜਿਹਾ ਮਨੁੱਖ ਹੀ ਤੇਰਾ ਭਗਤ ਅਖਵਾਉਣ ਦਾ ਅਧਿਕਾਰੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਦਾਤਾਰ ਪਿਤਾ, ਹਰ ਇੱਕ ਜੀਵ ਤੇਰੀ ਬਖਸ਼ਿਸ਼ ਦੀ ਆਸ ਰੱਖੀ ਬੈਠਾ ਹੈ, ਅਤੇ ਹਰ ਇੱਕ ਦੇ ਹਿਰਦੇ ਅਤੇ ਹਰ ਇੱਕ ਦੇ ਸਰੀਰ ਵਿੱਚ ਤੂੰ ਆਪ ਹੀ ਵਸ ਰਿਹਾ ਹੈ। ਦੁਨੀਆ ਦੇ ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਉਂਦੇ ਹਨ। ਕੋਈ ਜੀਵ ਐਸਾ ਨਹੀਂ ਦਿਸਦਾ ਜੋ ਤੇਰੇ ਤੋਂ ਵੱਖਰਾ ਹੋਵੇ। ਤੂੰ ਕਿਸੇ ਨੂੰ ਵੀ ਬੇਗਾਨਾ ਨਹੀਂ ਦਿਸਦਾ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਦਾਤਾਰ ਵਾਹਿਗੁਰੂ, ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸ਼ਰਨ ਪਾ ਕੇ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਾ ਦਿੰਦਾ ਹੈ, ਅਤੇ ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿੱਚ ਭਵਾਉਂਦਾ ਰਹਿੰਦਾ ਹੈ, ਭਾਵ ਆਵਾਗਮਨ ਦੇ ਗੇੜੇ ਵਿੱਚ ਪਾਉਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਦਾਸ ਨਾਨਕ ਆਖਦੇ ਹਨ ਕਿ ਹੇ ਪਰਮਾਤਮਾ, ਮੈਂ ਤੇਥੋਂ ਕੁਰਬਾਨ ਹਾਂ,
ਇਸ ਸਾਰੀ ਜਗਤ ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ ਅਤੇ ਤੇਰੀ ਹੀ ਖੇਡ ਦਾ ਪ੍ਰਗਟਾਵਾ ਹੈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਦਾਤਾਰ ਪਰਮਾਤਮਾ ਦੀਆਂ ਇਹ ਬਣਾਈਆਂ ਹੋਈਆਂ ਸਾਰੀਆਂ ਰੁੱਤਾਂ, ਮੌਸਮ ਤੇ ਘੜੀਆਂ ਹਨ ਅਤੇ ਕਿਸੇ ਵੀ ਰੁੱਤ ਵਿੱਚ, ਕਿਸੇ ਵੀ ਘੜੀ ਵਿੱਚ ਨਾਮ ਜਪਣਾ ਚਾਹੀਦਾ ਹੈ। ਕੋਈ ਰੁੱਤ ਜਾਂ ਕੋਈ ਘੜੀ ਨਾਮ ਜਪਣ ਲਈ ਅਸ਼ੁਭ ਨਹੀਂ ਹੁੰਦੀ। ਸੱਚ ਦੀ ਤਕੜੀ ਤੇ ਤੋਲਿਆਂ ਇਹ ਪ੍ਰਗਟ ਹੁੰਦਾ ਹੈ ਕਿ ਕੁਦਰਤ ਦੀ ਹਰ ਇੱਕ ਚੀਜ਼ ਦਾ ਮਹੱਤਵ ਉਸਦੇ ਕੰਮ ਉੱਤੇ ਆਧਾਰਿਤ ਹੈ। ਪਰਮੇਸ਼ਰ ਦੀ ਬਣਾਈ ਹੋਈ ਕੋਈ ਰੁੱਤ ਸ਼ੁਭ ਨਹੀਂ ਅਤੇ ਨਾ ਹੀ ਕੋਈ ਘੜੀ ਸ਼ੁਭ ਹੈ। ਇਹ ਸਭ ਅਣਟਿਕੇ ਮਨ ਦੇ ਭਰਮ ਭੁਲੇਖੇ ਹਨ। ਪਰਮੇਸ਼ਰ ਦੀ ਓਟ ਉੱਤੇ ਕੀਤੇ ਹਰ ਕੰਮ ਦਾ ਫਲ ਚੰਗਾ ਹੀ ਲੱਗਦਾ ਹੈ। ਉਹ ਵੇਲਾ, ਘੜੀ, ਸਭ ਕੁਛ ਹੀ ਚੰਗਾ ਲੱਗਦਾ ਹੈ। ਜਦੋਂ ਪਰਮਾਤਮਾ ਜੀ ਚੇਤੇ ਆਉਂਦੇ ਹਨ, ਸਾਰੇ ਕੰਮਾਂ ਵਿੱਚੋਂ ਸ੍ਰੇਸ਼ਟ ਕੰਮ ਪਰਮਾਤਮਾ ਦਾ ਨਾਮ ਸਿਮਰਨਾ ਹੈ। ਇਸ ਲਈ ਗੁਰੂ ਸਾਹਿਬ ਨੇ ਉਸ ਘੜੀ ਨੂੰ ਸਲਾਹਿਆ ਹੈ ਜਿਸ ਸਮੇਂ ਵਿੱਚ ਪਰਮਾਤਮਾ ਦਾ ਚਿੰਤਨ ਅਥਵਾ ਨਾਮ ਦੀ ਘਾਲ ਕਮਾਈ ਕੀਤੀ ਜਾਂਦੀ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੀਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।